ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਅਵਤਾਰ ਸਿੰਘ ਗਿੱਲ। ਗੱਲ ਕਰੀਏ ਇਸ ਸਮੇਂ ਪੰਜਾਬ ਦਾ ਸਭ ਤੋਂ ਭਖਦਾ ਮਸਲਾ ਹੈਗਾ ਜਿਹੜਾ ਉਹ ਬਣਿਆ ਹੋਇਆ ਸਿੱਧੂ ਮੂਸੇਵਾਲਾ ਦੇ ਕਤਲ ਦਾ ਕਿ ਆਖਰ ਸਿੱਧੂ ਮੂਸੇਵਾਲੇ ਦਾ ਕਤਲ ਕਿਸ ਨੇ ਕੀਤਾ। ਜੇਕਰ ਗੱਲ ਕਰੀਏ ਪੁਲਿਸ ਇਸ ਮਾਮਲੇ ਦੇ ਵਿੱਚ ਹਲੇ ਤੱਕ ਵੀ ਕੋਈ ਵੀ ਸੁਰਾਗ ਹੈਗਾ ਜਿਹੜਾ ਨਾ ਉਹ ਸੁਰਾਗ ਲਾ ਪਾਈ ਹੈ ਤੇ ਨਾ ਹੀ ਕਿਸੇ ਲੀਹ ਦੇ ਉੱਤੇ ਇਹ ਤਫਤੀਸ਼ ਪੈਂਦੀ ਨਜ਼ਰ ਆ ਰਹੀ ਹੈ। ਜੇਕਰ ਗੱਲ ਕਰੀਏ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਮਾਮਲੇ ਦੀ FIR ਦੀ। FIR ਨੰਬਰ 103 ਥਾਣਾ ਸਿਟੀ ਮਾਨਸਾ ਦੇ ਵਿੱਚ ਕੱਟੀ ਜਾਂਦੀ ਹੈ, ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਆਪਣਾ ਬਿਆਨ ਲਿਖਾਉਂਦੇ ਨੇ ਕਿ ਉਹਨਾਂ ਦੇ ਬੇਟੇ ਨੂੰ ਕਾਫੀ ਟਾਈਮ ਤੋਂ ਲਾਰੈਂਸ ਬਿਸ਼ਨੋਈ ਗਰੁੱਪ ਅਤੇ ਹੋਰ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ, ਫਿਰੌਤੀਆਂ ਮੰਗੀਆਂ ਜਾ ਰਹੀਆਂ ਸੀ। ਲੇਕਿਨ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦੇ ਵਿੱਚ ਬਚਪਨਾ ਜ਼ਰੂਰ ਸੀ ਜੇਕਰ ਕਿਹਾ ਜਾਵੇ ਜਿਸ ਤਰ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਹੈ, ਕਿਉਂਕਿ ਉਸ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ। ਲੇਕਿਨ ਜੇਕਰ ਦੇਖੀਏ ਜਿਸ ਤਰ੍ਹਾਂ ਦੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤਾਂ ਇਹ ਕਤਲ ਇੱਕ ਦਿਨ ਦੇ ਵਿੱਚ ਪਲਾਨ ਨਹੀਂ ਹੋ ਸਕਦਾ। ਜੇਕਰ ਗੱਲ ਕਰੀਏ ਤਾਂ ਇਸ ਪਲੈਨਿੰਗ ਦੇ ਵਿੱਚ ਘੱਟੋ ਘੱਟ ਸਾਲ ਜਾਂ ਫਿਰ 1.5 ਸਾਲ ਦਾ ਸਮਾਂ ਲੱਗਿਆ ਹੋਊਗਾ, ਕਿਉਂਕਿ ਬਾਰ-ਬਾਰ ਸਿੱਧੂ ਮੂਸੇਵਾਲਾ ਦੀ ਰੈਕੀ ਕੀਤੀ ਗਈ। ਕਿਉਂਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸ਼ਾਹਰੁਖ ਨਾਂ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ, ਜਿਸ ਨੇ ਦੱਸਿਆ ਕਿ ਉਹ ਪੰਜਾਬ ਦੇ ਵਿੱਚ ਆਇਆ, ਸਿੱਧੂ ਮੂਸੇਵਾਲਾ ਨੂੰ ਮਿਲਿਆ, ਉਸਦੇ ਘਰ ਦੇ ਵਿੱਚ ਵੀ ਗਿਆ ਔਰ ਉਸ ਸਮੇਂ ਵੀ ਉਸਦੇ ਕੋਲ ਹਥਿਆਰ ਵੀ ਸੀ ਔਰ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਦੀ ਸੁਪਾਰੀ ਵੀ ਦਿੱਤੀ ਗਈ ਸੀ। ਲੇਕਿਨ ਸਿੱਧੂ ਮੂਸੇਵਾਲੇ ਦੇ ਜਿਹੜੇ ਗਨਮੈਨ ਸੀ ਉਹਨਾਂ ਦੇ ਕੋਲ AK-47 ਅਸਾਲਟ ਰਾਈਫਲਾਂ ਸੀ, ਜਿਸ ਕਰਕੇ ਸ਼ਾਹਰੁਖ ਡਰ ਗਿਆ, ਕਿਉਂਕਿ ਉਸਨੂੰ ਪਤਾ ਸੀ ਜੇਕਰ ਮੈਂ ਸਿੱਧੂ ਮੂਸੇਵਾਲੇ ਦੇ ਉੱਤੇ ਗੋਲੀ ਚਲਾਉਣਾ ਤਾਂ ਕਿਤੇ ਨਾ ਕਿਤੇ ਮੈਂ ਵੀ ਇੱਥੋਂ ਜਿੰਦਾ ਵਾਪਸ ਨਹੀਂ ਜਾ ਪਾਊਂਗਾ। ਤਾਂ ਤੁਹਾਨੂੰ ਦੱਸ ਦਈਏ ਕਿ ਸਾਲ 2020 ਦੇ ਵਿੱਚ ਜਲੰਧਰ ਦੇ ਵਿੱਚ ਇੱਕ FIR ਦਰਜ ਹੋਈ ਸੀ, ਜਿਸ ਦੇ ਵਿੱਚ ਇੱਕ ਹਰਿਆਣਾ ਦਾ ਗੈਂਗਸਟਰ ਜੋ ਕਿ ਕਾਲਾ ਜਠੇੜੀ ਦਾ ਨਜ਼ਦੀਕੀ ਸੀਗਾ ਉਸ ਨੂੰ ਫੜਿਆ ਗਿਆ ਸੀ। ਸ਼ਾਰਪ ਸ਼ੂਟਰ ਸੀ। ਉਹਨਾਂ ਨੇ ਦੱਸਿਆ ਸੀ ਕਿ ਅਸੀਂ ਸਿੱਧੂ ਮੂਸੇਵਾਲੇ ਤੋਂ 50 ਲੱਖ ਦੀ ਫਿਰੌਤੀ ਮੰਗੀ ਸੀ, ਜੇਕਰ ਉਹ ਫਿਰੌਤੀ ਨਹੀਂ ਦਿੰਦਾ ਤਾਂ ਅਸੀਂ ਉਸ ਨੂੰ ਕਤਲ ਕਰ ਦੇਣਾ ਸੀ। ਤਾਂ ਉਸ ਤੋਂ ਬਾਅਦ ਕਿਤੇ ਵੀ ਇਹ ਗੱਲ ਦਾ ਜ਼ਿਕਰ ਨਹੀਂ ਆਇਆ ਕਿ ਜਿਹੜੀ ਸਿੱਧੂ ਮੂਸੇਵਾਲਾ ਉਸ ਦੀ ਜਿਹੜੀ ਸਿਕਿਉਰਿਟੀ ਹੈਗੀ ਆ ਉਸ ਦਾ ਰਿਵਿਊ ਕੀਤਾ ਗਿਆ ਹੋਵੇ ਜਾਂ ਫਿਰ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦਾ ਕਦਮ ਚੁੱਕਿਆ ਗਿਆ ਹੋਵੇ ਕਿ ਉਸ ਦੀ ਜਿਹੜੀ ਸਿਕਿਉਰਿਟੀ ਆ ਉਸ ਨੂੰ ਮਜ਼ਬੂਤ ਕੀਤਾ ਜਾਵੇ, ਕਿਉਂਕਿ ਲਾਈਫ ਥ੍ਰੈਟ ਦਾ ਸਿੱਧੂ ਮੂਸੇਵਾਲੇ ਨੂੰ ਕਾਫੀ ਟਾਈਮ ਤੋਂ ਸੀ। ਜੇਕਰ ਗੱਲ ਕਰੀਏ ਹੁਣ ਦੀ ਤਾਂ ਹੁਣ ਕਰੀਬਨ 1.5 ਸਾਲ ਤੋਂ ਇਹ ਜਿਹੜੇ ਗੈਂਗਸਟਰ ਹੈਗੇ ਨੇ ਸਿੱਧੂ ਮੂਸੇਵਾਲੇ ਦੇ ਪਿੱਛੇ ਲੱਗੇ ਹੋਏ ਸੀ। ਲਗਾਤਾਰ ਰੈਕੀਆਂ ਕੀਤੀਆਂ ਜਾ ਰਹੀਆਂ ਸੀ। ਕੁਝ ਮੁਕਤਸਰ ਦੇ ਨੌਜਵਾਨ ਨੇ ਜਿਹੜੇ ਉਹ ਵੀ ਸਾਹਮਣੇ ਆ ਰਹੇ ਨੇ, ਜਿਹੜੇ ਕਿ ਬਾਰ-ਬਾਰ ਮੂਸੇ ਪਿੰਡ ਦੇ ਵਿੱਚ ਆਉਂਦੇ ਸੀ ਸਿੱਧੂ ਮੂਸੇਵਾਲੇ ਦੇ ਨਾਲ ਫੋਟੋਆਂ ਖਿਚਾਉਣ ਦੇ ਲਈ, ਔਰ ਬਾਰ-ਬਾਰ ਸਿੱਧੂ ਮੂਸੇਵਾਲੇ ਦੇ ਪਿੰਡ ਆਉਣਾ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਕਰਦਾ, ਕਿਉਂਕਿ ਇਲਜ਼ਾਮ ਇਹ ਲੱਗੇ ਨੇ ਕਿ ਉਹਨਾਂ ਵੱਲੋਂ ਮੁਕਤਸਰ ਜ਼ਿਲ੍ਹੇ ਦੇ ਵਿੱਚ ਗੋਲਡੀ ਬਰਾੜ ਦੇ ਕਹਿਣ ਦੇ ਉੱਤੇ ਕਈ ਲੋਕਾਂ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕਰੀਬਨ 7 ਮਈ 2021 ਤੋਂ ਇਹ ਗੈਂਗਸਟਰ ਨੇ ਜਿਹੜੇ ਪਲਾਨ ਕਰ ਰਹੇ ਸੀ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਦੇ ਲਈ। 2 ਵਾਰ ਪਹਿਲਾਂ ਵੀ ਕੋਸ਼ਿਸ਼ ਕੀਤੀ ਗਈ ਲੇਕਿਨ ਨਾਕਾਮ ਹੋਏ। ਉਸ ਤੋਂ ਬਾਅਦ ਸ਼ਾਹਰੁਖ ਜਦੋਂ ਇੱਥੇ ਮੂਸੇਵਾਲਾ ਪਿੰਡ ਦੇ ਵਿੱਚ ਪਹੁੰਚਦਾ ਮਾਨਸਾ, ਤਾਂ ਉਸ ਵੱਲੋਂ ਜਦੋਂ ਸਿਕਿਉਰਿਟੀ ਦੇ ਕੋਲ ਅਸਲਾ ਦੇਖਿਆ ਜਾਂਦਾ ਤਾਂ ਉਸ ਵੱਲੋਂ ਦੁਬਾਰਾ ਤੋਂ ਲਾਰੈਂਸ ਬਿਸ਼ਨੋਈ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਕਿ ਜਿਹੜਾ ਇਸ ਤਰ੍ਹਾਂ ਦਾ ਅਸਲਾ ਸਾਨੂੰ ਚਾਹੀਦਾ ਤਾਂ ਹੀ ਸਿੱਧੂ ਮੂਸੇਵਾਲੇ ਨੂੰ ਮਾਰ ਪਾਵਾਂਗੇ, ਨਹੀਂ ਤਾਂ ਸਿੱਧੂ ਮੂਸੇਵਾਲੇ ਨੂੰ ਮਾਰਨਾ ਇੱਕ ਤਰ੍ਹਾਂ ਦੇ ਨਾਲ ਅਸੰਭਵ ਹੀ ਹੈ, ਕਿਉਂਕਿ ਜਿੰਨਾ ਚਿਰ ਸਿੱਧੂ ਮੂਸੇਵਾਲਾ ਆਪਣੇ ਘਰ ਦੇ ਅੰਦਰ ਸੀ ਤਾਂ ਉਹਨਾਂ ਚਿਰ ਉਹ ਸੇਫ ਸੀ। ਲੇਕਿਨ 29 ਤਰੀਕ ਨੂੰ ਕਰੀਬਨ 4:30 ਵਜੇ ਇੱਕ WhatsApp ਕਾਲ ਹੈਗੀ ਜਿਹੜੀ ਸਿੱਧੂ ਮੂਸੇਵਾਲਾ ਨੂੰ ਆਉਂਦੀ ਹੈ, ਜਿਸ ਤਰ੍ਹਾਂ ਕਿ ਸੂਤਰਾਂ ਤੋਂ ਜਾਣਕਾਰੀ ਮਿਲਦੀ ਹੈ। ਉਸ ਕਾਲ ਤੋਂ ਬਾਅਦ ਸਿੱਧੂ ਮੂਸੇਵਾਲਾ ਆਪਣੀ ਥਾਰ ਗੱਡੀ ਲੈ ਕੇ ਆਪਣੇ 2 ਦੋਸਤਾਂ ਗੁਰਪ੍ਰੀਤ ਅਤੇ ਇੱਕ ਹੋਰ ਉਸਦਾ ਸਾਥੀ ਸੀਗਾ ਉਸ ਨੂੰ ਲੈ ਕੇ ਮਾਨਸਾ ਦੇ ਵੱਲ ਨਿਕਲ ਜਾਂਦਾ ਹੈ, ਔਰ ਗਨਮੈਨਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਮੇਰੀ ਕੋਈ ਮੀਟਿੰਗ ਹੈਗੀ ਹੈ ਤਾਂ ਗੱਡੀ ਦੇ ਵਿੱਚ ਬੈਠਣ ਦੇ ਲਈ ਜਗ੍ਹਾ ਵੀ ਨਹੀਂ ਹੈ। ਲੇਕਿਨ ਇੰਨੀ ਲਾਪਰਵਾਹੀ ਕਿਉਂ ਕੀਤੀ ਸਿੱਧੂ ਮੂਸੇਵਾਲਾ ਨੇ? ਤਾਂ ਇਸ ਦੇ ਪਿੱਛੇ ਇੱਕੋ ਹੀ ਗੱਲ ਹੈਗੀ ਹੈ ਕਿ ਉਮਰ ਅਲੜ ਸੀ। ਕਿਤੇ ਨਾ ਕਿਤੇ ਉਸਨੂੰ ਲੱਗਦਾ ਸੀ ਕਿ ਸ਼ਾਇਦ ਇਹ ਸਿਰਫ ਫੋਕੀਆਂ ਧਮਕੀਆਂ ਨੇ, ਮੈਨੂੰ ਕਿਸੇ ਨੇ ਕੁਝ ਨਹੀਂ ਕਹਿਣਾ। ਲੇਕਿਨ ਜੇਕਰ ਗੱਲ ਕਰ ਲਈਏ ਸਿੱਧੂ ਮੂਸੇਵਾਲਾ ਦੇ ਉੱਤੇ ਜਿਹੜੇ ਗੈਂਗਸਟਰ ਨੇ ਉਹਨਾਂ ਵੱਲੋਂ ਲਗਾਤਾਰ ਨਜ਼ਰਸਾਨੀ ਰੱਖੀ ਜਾ ਰਹੀ ਸੀ, ਕਿਉਂਕਿ
ਇਹ ਜਿਨ੍ਹਾਂ ਲੋਕਾਂ ਵੱਲੋਂ ਕਤਲ ਕੀਤਾ ਗਿਆ ਕਰੀਬਨ 1 ਹਫ਼ਤੇ ਤੋਂ ਮਾਨਸਾ ਦੇ ਵਿੱਚ ਹੀ ਰਹਿ ਰਹੇ ਸੀ ਔਰ ਲਗਾਤਾਰ ਸਿੱਧੂ ਮੂਸੇਵਾਲੇ ਦਾ ਪਿੱਛਾ ਕਰ ਰਹੇ ਸੀ। ਪਿਛਲੇ ਮਹੀਨੇ ਦੀ ਵੀ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇਹੀ 3 ਗੱਡੀਆਂ, ਜਿਨ੍ਹਾਂ ਦੇ ਵਿੱਚ ਇੱਕ XUV 500 ਔਰ ਇੱਕ ਬਲੈਰੋ ਤੇ ਇੱਕ ਟੋਇਟਾ ਕਰੋਲਾ ਗੱਡੀਆਂ ਨੇ, ਜਿਹੜੀਆਂ ਸਿੱਧੂ ਮੂਸੇਵਾਲੇ ਦੀ ਗੱਡੀ ਦਾ ਪਿੱਛਾ ਕਰਦੀਆਂ ਸਾਫ਼ ਨਜ਼ਰ ਆਉਂਦੀਆਂ। ਇਹੀ ਗੱਡੀਆਂ ਵਾਰਦਾਤ ਵਾਲੇ ਦਿਨ ਵੀ ਵਰਤੀਆਂ ਗਈਆਂ। ਜੇਕਰ ਗੱਲ ਕਰੀਏ ਪੁਲਿਸ ਦੀ ਵੀ ਵੱਡੀ ਨਾਕਾਮੀ ਸਾਹਮਣੇ ਆਉਂਦੀ ਹੈ। ਜਿਸ ਤਰ੍ਹਾਂ ਦੇ ਨਾਲ ਘੱਲੂਘਾਰਾ ਹਫ਼ਤਾ ਚੱਲ ਰਿਹਾ, ਜਗ੍ਹਾ ਜਗ੍ਹਾ ਤੇ ਵੱਡੀਆਂ ਚੈਕਿੰਗਾਂ ਹੋ ਰਹੀਆਂ ਨੇ, ਤਾਂ ਆਖਿਰ ਇਹ ਗੈਂਗਸਟਰ ਇੰਨਾ ਅਸਲਾ ਲੈ ਕੇ ਕਿਸ ਤਰ੍ਹਾਂ ਦੇ ਨਾਲ ਖੁੱਲ੍ਹੇਆਮ ਘੁੰਮਦੇ ਰਹੇ? ਕੀ ਕਿਤੇ ਇਹਨਾਂ ਨੂੰ ਨਾਕੇ ਤੇ ਨਹੀਂ ਰੋਕਿਆ ਗਿਆ? ਕੀ ਇਹਨਾਂ ਦੀ ਕਦੇ ਤਲਾਸ਼ੀ ਨਹੀਂ ਲਈ ਗਈ? ਤਾਂ ਵੱਡਾ ਸਵਾਲ ਖੜਾ ਹੁੰਦਾ, ਕਿਉਂਕਿ ਜੇਕਰ ਕਹਿ ਲਈਏ ਕਿ ਇਹ ਸਿਰਫ ਇੱਕ ਗੈਂਗਸਟਰ ਰਾਈਵਲਰੀ ਦਾ ਕਤਲ ਹੈਗਾ, ਕਿ ਅੜਫਸ ਦਾ ਕਤਲ ਹੈਗਾ, ਤਾਂ ਇਹ ਨਹੀਂ ਮੰਨਿਆ ਜਾ ਸਕਦਾ। ਇਹ ਅੜਫਸ ਦਾ ਕਤਲ ਬਿਲਕੁਲ ਨਹੀਂ ਹੈਗਾ। ਇਹ ਕਿਤੇ ਨਾ ਕਿਤੇ ਪੋਲੀਟੀਕਲ ਮੋਟੀਵੇਟਿਡ ਕਤਲ ਕਹਿ ਸਕਦੇ ਆ ਇਹਨੂੰ, ਕਿਉਂਕਿ ਇਹਦੇ ਜਿਹੜੇ ਤਾਰ ਨੇ ਹੁਣ ਕੈਨੇਡਾ ਤੱਕ ਜੁੜਦੇ ਨਜ਼ਰ ਆ ਰਹੇ ਨੇ। ਕਿਉਂਕਿ ਗੋਲਡੀ ਬਰਾੜ ਹੈ ਜਿਹੜਾ, ਉਸ ਦਾ ਨਾਂ ਵੀ ਵਿੱਚ ਆ ਰਿਹਾ, ਕਿਉਂਕਿ ਉਸ ਦਾ ਭਰਾ ਜਿਹੜਾ ਗੁਰਲਾਲ ਬਰਾੜ ਸੀ, ਉਸ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿ ਉਸ ਦੇ ਕਤਲ ਹੋਣ ਦੇ ਵਿੱਚ ਜਿਹੜਾ ਸਿੱਧੂ ਮੂਸੇਵਾਲਾ ਉਹਦਾ ਹੱਥ ਸੀ। ਬੇਸ਼ੱਕ ਸਿੱਧੂ ਮੂਸੇਵਾਲਾ ਦਾ ਜਿਹੜਾ ਮੈਨੇਜਰ ਹੈ ਸ਼ਗਨਦੀਪ, ਉਹ ਵੀ ਆਸਟ੍ਰੇਲੀਆ ਫਰਾਰ ਹੋ ਚੁੱਕਾ, ਕਿਉਂਕਿ ਉਸ ਦਾ ਵੀ ਵਿੱਕੀ ਮਿੱਡੂ ਖੇੜਾ ਕਤਲ ਦੇ ਵਿੱਚ ਨਾ ਆਇਆ ਸੀ। ਲੇਕਿਨ ਕਿਤੇ ਨਾ ਕਿਤੇ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਆਖਿਰ ਇੰਟੈਲੀਜੈਂਸ ਤੇ CID ਫੇਲ ਕਿਸ ਤਰ੍ਹਾਂ ਹੋਈਆਂ? ਆਖਿਰ ਸਿੱਧੂ ਮੂਸੇਵਾਲਾ ਦੀ ਜਦੋਂ ਸਿਕਿਉਰਿਟੀ ਵਾਪਸ ਲਈ ਗਈ ਹੈ, ਕਿ ਉਸ ਸਿਕਿਉਰਿਟੀ ਦਾ ਰਿਵਿਊ ਨਹੀਂ ਕੀਤਾ ਗਿਆ? ਤਾਂ ਵੱਡੇ ਸਵਾਲ ਖੜੇ ਹੁੰਦੇ ਨੇ ਇਸ ਮਾਮਲੇ ਦੇ ਉੱਤੇ ਕਿ ਆਖਿਰ ਪੁਲਿਸ ਪ੍ਰਸ਼ਾਸਨ ਕਿਉਂ ਇਸ ਤਰ੍ਹਾਂ ਦੀ ਐਡੀ ਵੱਡੀ ਜਿਹੜੀ ਅਣਗਹਿਲੀ ਹੈ ਉਹ ਕਰ ਸਕਦਾ। ਤਾਂ ਦੂਜੇ ਪਾਸੇ ਜੇਕਰ ਗੱਲ ਕਰੀਏ, ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਕੱਲ ਸਿੱਧੂ ਮੂਸੇਵਾਲੇ ਦਾ ਪਿੰਡ ਮੂਸੇ ਪਹੁੰਚਣਗੇ, ਜਿੱਥੇ ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ। ਲੇਕਿਨ ਕਿਤੇ ਨਾ ਕਿਤੇ ਜਿਹੜਾ ਸਿਕਿਉਰਿਟੀ ਵਾਪਸ ਲੈਣਾ ਤੇ ਉਸ ਦਾ ਪ੍ਰਚਾਰ ਕਰਨਾ, ਸਰਕਾਰ ਵੱਲੋਂ ਇੱਕ ਲਾਹਾ ਲੈਣ ਦੇ ਲਈ ਜਿਹੜਾ ਪ੍ਰਚਾਰ ਕੀਤਾ ਗਿਆ ਕਿ 424 ਲੋਕ ਨੇ, ਜਿਨ੍ਹਾਂ ਦੇ ਵਿੱਚ ਸਿੱਧੂ ਮੂਸੇਵਾਲਾ ਵੀ ਸ਼ਾਮਲ ਹੈ, ਉਹਨਾਂ ਦੀ ਸਿਕਿਉਰਿਟੀ ਹੈ ਜਿਹੜੀ ਵਾਪਸ ਲੈ ਲਈ ਗਈ ਹੈ, ਉਹ ਸਿੱਧੂ ਮੂਸੇਵਾਲਾ ਦੇ ਉੱਤੇ ਭਾਰੀ ਪੈਂਦੀ ਨਜ਼ਰ ਆਈ ਹੈ, ਜਿਸ ਕਰਕੇ ਉਸ ਦਾ ਕਤਲ ਹੋਇਆ। ਲੇਕਿਨ ਕਿਤੇ ਨਾ ਕਿਤੇ ਇਸ ਕਤਲ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੀ ਪੋਲ ਖੋਲ ਦਿੱਤੀ ਹੈ, ਪੰਜਾਬ ਪੁਲਿਸ ਦੀ ਪੋਲ ਖੋਲ ਦਿੱਤੀ ਹੈ ਕਿ ਕਿਸ ਤਰ੍ਹਾਂ ਦੀ ਲਾਪਰਵਾਹੀ ਤੇ ਕੋਤਾਹੀ ਹੈ ਜਿਹੜੀ ਉਹ ਵਰਤੀ ਗਈ ਹੈ। ਬੇਸ਼ੱਕ DGP ਪੰਜਾਬ VK ਭਵਰਾ ਵੱਲੋਂ ਇਹ ਕਿਹਾ ਗਿਆ ਕਿ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਸਿੱਧੂ ਦੇ ਜਿਹੜੇ ਲਿੰਕ ਨੇ ਗੈਂਗਸਟਰਾਂ ਨਾਲ ਸੀ, ਲੇਕਿਨ ਸਪਸ਼ਟੀਕਰਨ ਜ਼ਰੂਰ ਦੇ ਦਿੱਤਾ। ਲੇਕਿਨ ਹੁਣ ਤੱਕ ਪੁਲਿਸ ਦੇ ਹੱਥ ਇਸ ਮਾਮਲੇ ਦੇ ਵਿੱਚ ਖਾਲੀ ਨੇ, ਜਦਕਿ ਪਿਛਲੇ 1.5 ਸਾਲ ਤੋਂ ਲਗਾਤਾਰ ਗੈਂਗਸਟਰ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ। 2 ਵਾਰ ਪਹਿਲਾਂ ਵੀ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਦੀ ਕਿਸਮਤ ਸਾਥ ਦੇ ਗਈ, ਤਾਂ ਉਸ ਦੇ ਉੱਤੇ ਅਟੈਕ ਨਹੀਂ ਹੋ ਸਕਿਆ। ਲੇਕਿਨ ਇਸ ਵਾਰ ਸਿੱਧੂ ਮੂਸੇਵਾਲਾ ਦੀ ਕਿਸਮਤ ਨੇ ਸਾਥ ਨਹੀਂ ਦਿੱਤਾ। ਬੇਸ਼ੱਕ ਜਿਸ ਤਰ੍ਹਾਂ ਦੇ ਨਾਲ ਹੁਣ ਗੱਲ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਵੱਲੋਂ ਵੀ ਫਾਇਰ ਕੀਤੇ ਗਏ ਸੀ, ਜਦੋਂ ਉਹਨਾਂ ਦੀ ਗੱਡੀ ਦੇ ਟਾਇਰਾਂ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ, ਤਾਂ ਸਿੱਧੂ ਮੂਸੇਵਾਲਾ ਦੇ ਕੋਲ ਸਿਰਫ 2 ਹੀ ਗੋਲੀਆਂ ਸੀ। ਅੱਗੇ ਸਿੱਧੂ ਮੂਸੇਵਾਲਾ ਆਪਣੇ ਨਾਲ ਆਰਮ ਐਮੂਨੇਸ਼ਨ ਜ਼ਰੂਰ ਰੱਖਦਾ ਸੀ, ਗੋਲੀਆਂ ਜ਼ਰੂਰ ਰੱਖਦਾ ਸੀ, ਲੇਕਿਨ ਉਸ ਦਿਨ ਸਿਰਫ ਤੇ ਸਿਰਫ ਉਸ ਕੋਲ 2 ਹੀ ਗੋਲੀਆਂ ਸੀ, ਜੋ ਉਸ ਵੱਲੋਂ ਫਾਇਰ ਵੀ ਕੀਤੀਆਂ ਗਈਆਂ। ਲੇਕਿਨ ਜਿਹੜੇ ਗੈਂਗਸਟਰ ਸੀ ਉਹਨਾਂ ਦੇ ਕੋਲ AK-94 ਵਰਗੇ ਘਾਤਕ ਹਥਿਆਰ ਸੀ। ਬੇਸ਼ੱਕ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਦੀ ਗਲਤੀ ਸੀ ਕਿ ਉਹ ਆਪਣੀ ਬੁਲਟ ਪ੍ਰੂਫ ਗੱਡੀ ਨਹੀਂ ਲੈ ਕੇ ਗਿਆ, ਤਾਂ ਬੁਲਟ ਪ੍ਰੂਫ ਗੱਡੀ ਵੀ ਹੁੰਦੀ ਤਾਂ ਜਿਸ ਤਰ੍ਹਾਂ ਦੇ ਘਾਤਕ ਹਥਿਆਰ ਦੱਸੇ ਜਾ ਰਹੇ ਨੇ, ਤਾਂ ਸਿੱਧੂ ਮੂਸੇਵਾਲੇ ਦਾ ਬਚਣਾ ਲਗਭਗ ਮੁਸ਼ਕਲ ਤੇ ਨਾਮੁਮਕਿਨ ਸੀ। ਜਿਸ ਤਰ੍ਹਾਂ ਦੇ ਨਾਲ ਹੁਣ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਹੈ, ਜਿਸ ਦੇ ਵਿੱਚ ਕੁੱਲ ਜਿਹੜੇ 15 ਜ਼ਖਮ ਨੇ ਸਿੱਧੂ ਮੂਸੇਵਾਲਾ ਦੇ ਦੱਸੇ ਗਏ ਨੇ ਕਿ 15 ਜ਼ਖਮ ਸਰੀਰ ਦੇ ਉੱਤੇ ਮਿਲੇ ਨੇ, ਔਰ 22 ਗੋਲੀਆਂ ਜਿਹੜੀਆਂ ਉਸਦੇ ਸਰੀਰ ਦੇ ਵਿੱਚੋਂ ਮਿਲੀਆਂ ਨੇ। ਪੋਸਟਮਾਰਟਮ ਦੀ ਰਿਪੋਰਟ ਆ ਗਈ ਹੈ, ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਸ ਦੇ ਉੱਤੇ AK-94 ਵਰਗੀ ਜਿਹੜੀ ਘਾਤਕ ਅਸਾਲਟ ਰਾਈਫਲ ਆ ਉਸ ਦੇ ਨਾਲ ਹਮਲਾ ਕੀਤਾ ਗਿਆ, ਕਿਉਂਕਿ ਉਹ 1 ਮਾਈਕਰੋ ਸੈਕਿੰਡ ਦੇ ਵਿੱਚ 2 ਫਾਇਰ ਕਰਦੀ ਹੈ। ਤਾਂ ਜੇਕਰ ਉਹਦੇ ਨਾਲ 1 ਫਾਇਰ ਕੀਤਾ ਜਾਂਦਾ ਤਾਂ ਸਾਹਮਣੇ ਵਾਲੇ ਨੂੰ ਇੱਕੋ ਸਮੇਂ ਦੇ ਵਿੱਚ 2 ਗੋਲੀਆਂ ਵੱਜਦੀਆਂ ਨੇ। ਤਾਂ ਕਿਤੇ ਨਾ ਕਿਤੇ ਵੱਡਾ ਸਵਾਲ ਖੜਾ ਹੁੰਦਾ ਕਿ ਆਖਰ ਪੰਜਾਬ ਦੇ ਵਿੱਚ ਗੈਂਗਸਟਰਵਾਦ ਫੈਲ ਕਿਉਂ ਰਿਹਾ? ਕਿ ਆਖਰ ਸਰਕਾਰਾਂ ਦੀ ਇਸ ਦੇ ਪਿੱਛੇ ਕੋਈ ਮਨਸ਼ਾ, ਕੋਈ ਸਰਕਾਰਾਂ ਦੀ ਸ਼ਹਿ ਹੈਗੀ ਆ? ਕਿਉਂਕਿ ਜਿਸ ਤਰ੍ਹਾਂ ਲੋਕ ਹੈਗੇ ਨੇ, ਜੇਕਰ ਗੱਲ ਕੀਤੀ ਜਾਵੇ ਕਿ ਇਹਨਾਂ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਇਹਨਾਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ। ਗੋਲਡੀ ਬਰਾੜ ਆ ਜਿਹੜਾ, ਉਸਦਾ ਪਰਿਵਾਰ ਵੀ ਪੰਜਾਬ ਦੇ ਵਿੱਚ ਰਹਿੰਦਾ ਹੈ, ਕਿ ਗੋਲਡੀ ਬਰਾੜ ਨੂੰ ਫੜਿਆ ਨਹੀਂ ਜਾ ਸਕਦਾ। ਵੱਡੇ ਸਵਾਲ ਖੜੇ ਹੁੰਦੇ ਨੇ। ਹਰਿੰਦਰ ਰਿੰਦਾ ਜੋ ਕਿ ਹੁਣ ਪਹਿਲਾਂ ਗੈਂਗਸਟਰ ਸੀ, ਹੁਣ ਅੱਤਵਾਦੀਆਂ ਦੇ ਨਾਲ ਰਲ ਗਿਆ, ਕਿ ਅਜਿਹੇ ਲੋਕਾਂ ਨੂੰ ਨਹੀਂ ਫੜਿਆ ਜਾ ਸਕਦਾ। ਔਰ ਇਹ ਘਾਤਕ ਹਥਿਆਰ ਆਖਿਰ ਕਿੱਥੋਂ ਆਏ?
9 ਮਿਲੀਮੀਟਰ ਦੇ ਪਿਸਟਲ ਦੇ ਜਿਹੜੇ ਖੋਲ ਨੇ ਉਹ ਵੀ ਉੱਥੋਂ ਬਰਾਮਦ ਹੋਏ ਨੇ। ਤਾਂ 9 ਮਿਲੀਮੀਟਰ ਹੈ ਜਿਹੜਾ ਪ੍ਰਿਵਟਡ ਬੋਰ ਹੈਗਾ, ਜਿਹੜਾ ਕਿ ਆਮ ਬੰਦੇ ਦੇ ਕੋਲ ਨਹੀਂ ਹੋ ਸਕਦਾ। ਸਿਰਫ ਤੇ ਸਿਰਫ ਇਸ ਨੂੰ ਪੰਜਾਬ ਪੁਲਿਸ ਵਰਤਦੀ ਹੈ। ਤਾਂ ਸਵਾਲ ਇੱਥੇ ਵੀ ਖੜੇ ਹੁੰਦੇ ਨੇ ਕਿ ਜਿਸ ਤਰ੍ਹਾਂ ਦੇ ਨਾਲ ਪ੍ਰਚਾਰਿਆ ਜਾ ਰਿਹਾ, ਕਿਤੇ ਏਜੰਸੀਆਂ ਦਾ ਇਸ ਮਾਮਲੇ ਦੇ ਵਿੱਚ ਕੋਈ ਹੱਥ ਤਾਂ ਨਹੀਂ ਹੈ। ਤਾਂ ਜਿਸ ਤਰ੍ਹਾਂ ਦੇ ਨਾਲ ਹੁਣ ਜਾਂਚ ਦੀ ਮੰਗ ਕੀਤੀ ਗਈ ਹੈ ਸਿੱਧੂ ਮੂਸੇਵਾਲੇ ਦੇ ਫਾਦਰ ਵੱਲੋਂ ਕਿ NIA ਦੀ ਇਸ ਦੇ ਵਿੱਚ ਸ਼ਮੂਲੀਅਤ ਹੋਣੀ ਚਾਹੀਦੀ ਹੈ, ਕਿ NIA ਇਸ ਦੀ ਜਾਂਚ ਕਰੇ। ਤਾਂ ਜੇਕਰ ਇਸ ਦੀ ਨਿਰਪੱਖ ਜਾਂਚ ਹੁੰਦੀ ਹੈ ਤਾਂ ਬਹੁਤ ਵੱਡੇ ਜਿਹੜੇ ਪਰਦੇ ਆ ਉਹ ਖੁੱਲਦੇ ਨਜ਼ਰ ਆਉਣਗੇ। ਪਰ ਲੇਕਿਨ ਜੇਕਰ ਗੱਲ ਕਰੀਏ ਇਸ ਵਾਰ ਜਿਹੜੇ ਸਿੱਧੂ ਮੂਸੇਵਾਲਾ ਇਹ ਟਾਰਗੇਟ ਬਣਿਆ, ਸਿੱਧੂ ਮੂਸੇਵਾਲਾ ਦਾ ਇਸ ਤਰ੍ਹਾਂ ਦੇ ਨਾਲ ਕਤਲ ਹੋ ਗਿਆ, ਕਿਤੇ ਨਾ ਕਿਤੇ ਇਸ ਦੇ ਪਿੱਛੇ ਸਿੱਧੂ ਮੂਸੇਵਾਲਾ ਦੀ ਲਾਪਰਵਾਹੀ ਵੀ ਨਜ਼ਰ ਆਉਂਦੀ ਹੈ। ਬੇਸ਼ੱਕ ਪੁਲਿਸ ਆਪਣਾ ਪੱਲਾ ਝਾੜਦੀ ਨਜ਼ਰ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਜਾਣਬੁੱਝ ਕੇ ਆਪਣੇ ਜਿਹੜੇ ਗਨਮੈਨ ਨਹੀਂ ਲੈ ਕੇ ਗਿਆ, ਲੇਕਿਨ ਜ਼ਰੂਰਤ ਹੈਗੀ ਹੈ ਕਿ ਉਸ ਦੇ ਜਿਹੜੇ ਫੋਨ ਦੀਆਂ ਡਿਟੇਲਸ ਨੇ ਉਹ ਵੀ ਖੰਗਾਲੀਆਂ ਜਾਣ, ਕਿਉਂਕਿ ਉਸ ਨੂੰ ਘਰੋਂ ਕੱਢਿਆ ਗਿਆ। ਸਿੱਧੂ ਮੂਸੇਵਾਲਾ ਘਰ ਦੇ ਵਿੱਚ ਸੀ, ਕਿਉਂਕਿ ਘਰ ਦੇ ਵਿੱਚ ਮਾਰਨਾ ਉਹਨੂੰ ਨਾਮੁਮਕਿਨ ਸੀ। ਇਸ ਦੇ ਲਈ ਉਸ ਨੂੰ ਚਾਰਾ ਪਾਇਆ ਗਿਆ। ਜਿਸ ਤਰ੍ਹਾਂ ਦੇ ਨਾਲ ਆਪਾਂ ਕਹਿ ਦਿੰਦੇ ਹਾਂ ਫਿਸ਼ਿੰਗ ਕੀਤੀ ਜਾਂਦੀ ਹੈ, ਮੱਛੀ ਫੜੀ ਜਾਂਦੀ ਹੈ ਤਾਂ ਇੱਕ ਕੁੰਡੀ ਲਗਾ ਦਿੱਤੀ ਜਾਂਦੀ ਹੈ, ਇੱਕ ਜਾਲ ਸਿੱਟ ਦਿੱਤਾ ਜਾਂਦਾ। ਉਸੇ ਤਰ੍ਹਾਂ ਦਾ ਜਾਲ ਸਿੱਟਿਆ ਗਿਆ। ਆਖਰ ਇਹ ਜਾਲ ਕਿਸਨੇ ਸਿੱਟਿਆ, ਇਸ ਗੱਲ ਤੋਂ ਵੀ ਪਰਦਾ ਚੁੱਕਣ ਦੀ ਲੋੜ ਹੈ। ਇਸ ਮਾਮਲੇ ਦੇ ਵਿੱਚ ਤੁਹਾਨੂੰ ਪੂਰੀ ਅਪਡੇਟ ਦਿਆਂਗੇ ਕਿ ਆਖਰ ਇਸ ਮਾਮਲੇ ਦੇ ਵਿੱਚ ਕਿਸ ਦਾ ਹੱਥ ਸੀ, ਕਿਸ ਤਰ੍ਹਾਂ ਦੇ ਨਾਲ ਇਹ ਕਤਲ ਹੋਇਆ। ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਪਤਾ ਕਰਨ ਦੀ ਕਿ ਆਖਰ ਇਸ ਮਾਮਲੇ ਦੀ ਤਹਿ ਕਿੱਥੇ ਹੈ, ਇਸ ਮਾਮਲੇ ਦੀਆਂ ਜੜ੍ਹਾਂ ਕਿੱਥੇ ਨੇ। ਤੁਸੀਂ ਜੁੜੇ ਰਹੋ TV ਪੰਜਾਬ ਦੇ ਨਾਲ। ਅਸੀਂ ਤੁਹਾਨੂੰ ਇਸ ਮਸਲੇ ਦੇ ਉੱਤੇ ਜਿੰਨੀਆਂ ਵੀ ਅਪਡੇਟਸ ਮਿਲਣਗੀਆਂ ਆਪਣੇ ਪ੍ਰੋਗਰਾਮ ਦੇ ਰਾਹੀਂ ਦੱਸਦੇ ਰਹਾਂਗੇ। ਮੈਨੂੰ ਦਿਓ ਇਜਾਜ਼ਤ।